ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਚਲਾਂਗ ਟੋਲ ਪਲਾਜ਼ਾ ਤੇ ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿੱਚ ਝੜਪ। BSF ਹੱਥ ਲੱਗੀ ਵੱਡੀ ਸਫਲਤਾ, ਡਰੋਨ ਜ਼ਰੀਏ ਨਸ਼ੇ ਦੀ ਵੱਡੀ ਖੇਪ ਬਰਾਮਦ। ਪਾਨਬਾਜ਼ ਤੇ PRTC ਦੇ ਕੱਚੇ ਕਾਮੇ ਭਲਕੇ ਕਰਨਗੇ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ। ਹਵਾਬਾਜ਼ੀ ਮੰਤਰੀ ਨੇ ਕਿਹਾ ਆਦਮਪੁਰ ਹਵਾਈ ਅੱਡੇ ਤੋਂ ਮੁੜ ਉਡਾਣਾ ਸ਼ੁਰੂ ਕਰਨ ਤੇ ਵਿਚਾਰ। ਤੇ ਲਤੀਫਪੁਰੇ ਦੀ ਗੂੰਜ ਸੰਸਦ ਵਿੱਚ ਬੇਘਰ ਲੋਕਾਂ ਦੀ ਆਵਾਜ਼ ਬਣੇ ਰਵਨੀਤ ਸਿੰਘ ਬਿੱਟੂ। ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਅਹਿਮ ਖਬਰਾਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ 1 ਮਹੀਨੇ ਲਈ ਬੰਦ ਕਰਵਾਉਣ ਦੇ ਐਲਾਨ ਤੋਂ ਜਦੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨ ਚਲਾਂਗ ਟੋਲ ਪਲਾਜ਼ਾ ਟੋਲ ਮੁਕਤ ਕਰਾਉਣ ਪਹੁੰਚੇ ਤਾਂ ਅੱਗੇ ਟੋਲ ਮੁਲਾਜ਼ਮ ਵੀ ਕਾਲੀਆਂ ਝੰਡੀਆਂ ਲੈ ਕੇ ਟੋਲ ਅੱਗੇ ਧਰਨੇ ਤੇ ਬੈਠ ਗਏ। ਕਿਸਾਨ ਤੇ ਟੋਲ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨਾਂ ਤੇ ਟੋਲ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ ਹੋਈ। ਮੌਕੇ ਤੇ ਮਾਹੌਲ ਤਣਾਅਪੂਰਨ ਹੋ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀ ਚਾਰਜ ਕੀਤਾ। ਦੇਖੋ ਜੀ, ਅਸੀਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਖੜੇ ਹਾਂ। ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਵੀ ਇਹਨਾਂ ਨੂੰ ਵਾਪਸ ਕੀਤਾ ਜਾਵੇ ਸਮਝਾ ਕੇ। ਜੇ ਫਿਰ ਵੀ ਨਹੀਂ ਹਟਦੇ ਤੇ ਫਿਰ ਇਹ ਕੋਈ ਗੱਲ ਨਹੀਂ, ਫਿਰ ਇੰਨੇ ਬੰਦੇ ਆ ਜਿੰਨੇ ਇਹ ਬੰਦੇ ਇਹਨਾਂ ਨੂੰ ਟੋਲ ਤੇ ਫ੍ਰੀ ਕਰ ਸਕਦੇ ਆ, ਪਰ ਇਹਨਾਂ ਨੂੰ ਇੱਥੇ ਬੰਦੇ ਮਾਰਨੇ ਪੈਣੇ ਆ। ਇਹ ਦੇਖ ਲੈਣ ਵੀ ਕਿੰਨੇ ਬੰਦੇ ਮਾਰਨੇ ਆ। ਇਹ ਸਰਕਾਰ ਦੇਖੇ ਜਾਂ ਪ੍ਰਸ਼ਾਸਨ ਜਾਂ ਇਹ ਦੇਖਣ। ਅਸੀਂ ਜਿੰਨਾ ਚਿਰ ਸਾਡੇ 'ਚ ਸਾਹ ਅਸੀਂ ਤੇ ਪਿੱਛੇ ਹਟਣ ਵਾਲੇ ਨਹੀਂ। ਜੇ ਆਪਣੇ ਹੱਕਾਂ ਵਾਸਤੇ ਇਹ ਲੜ ਸਕਦੇ ਤਾਂ ਸਾਡੇ ਵੀ ਇਹ ਹੱਕ ਹੀ ਆ। ਅਸੀਂ ਇਹਨਾਂ ਦਾ ਡਟ ਪੂਰਾ ਵਿਰੋਧ ਕਰਦੇ ਹਾਂ ਜੀ। ਹਾਂਜੀ, ਮੈਂ ਸੁਰਿੰਦਰ ਸਿੰਘ ਚਤਾਲਾ। ਬਿਲਕੁਲ ਅਸੀਂ ਸਵੇਰੇ ਜਦੋਂ ਚਲਾਂਗ ਟੋਲ ਪਲਾਜ਼ੇ ਦੇ ਉੱਤੇ ਆਏ ਹਾਂ, ਚਲਾਂਗ ਟੋਲ ਪਲਾਜ਼ੇ ਦੇ ਉੱਤੇ ਆਏ ਤੇ ਪ੍ਰਸ਼ਾਸਨ ਨੇ ਸਾਨੂੰ ਰੋਕਿਆ। ਬਿਲਕੁਲ ਸ਼ਾਂਤਮਈ ਢੰਗ ਨਾਲ ਹੀ ਰੋਕਿਆ। ਲਗਭਗ ਅੱਧਾ ਪੌਣਾ ਘੰਟਾ ਅਸੀਂ ਰੁਕ ਰਹੇ। ਪ੍ਰਸ਼ਾਸਨ ਕਹਿੰਦੇ ਵੀ ਅਸੀਂ ਗੱਲਬਾਤ ਕਰਦੇ ਹਾਂ, ਪਰ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਤਰ੍ਹਾਂ ਬਾਹਰ ਹੋ ਗਿਆ ਕਿ ਉਹ ਜਿਹੜੇ MLA ਦੀ ਸ਼ਹਿ ਦੇ ਉੱਤੇ ਇੱਥੇ ਗੁੰਡੇ ਆਏ ਆ ਜਾਂ ਜਿਹੜੇ ਲੋਕ ਆਏ MLA ਦੀ ਸ਼ਹਿ ਦੇ ਉੱਤੇ, ਉਹਨਾਂ ਨੇ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹਨਾਂ ਨੇ ਹੁੱਲੜਬਾਜ਼ੀ ਕੀਤੀ ਆ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ। ਅਸੀਂ ਬਿਲਕੁਲ ਸ਼ਾਂਤਮਈ ਢੰਗ ਨਾਲ ਅੱਗੇ ਵਧੇ ਹਾਂ। ਆਪਣਾ ਸਾਡਾ ਅੱਜ ਦਾ ਮਿਸ਼ਨ ਹੀ ਜਿਹੜਾ ਟੋਲ ਪਲਾਜ਼ੇ ਫ੍ਰੀ ਕਰਨੇ ਆ, ਉਹ ਟੋਲ ਪਲਾਜ਼ੇ ਸਾਰੇ ਪੰਜਾਬ ਦੇ ਵਿੱਚ ਫ੍ਰੀ ਹੋਇਆ ਤੇ ਇੱਥੇ ਵੀ ਚਲਾਂਗ ਦੇ ਵਿੱਚ ਵੀ ਸਾਰੀਆਂ ਲਾਈਨਾਂ ਕਲੀਅਰ ਹੋਈਆਂ। ਬਾਕੀ ਕੁਝ ਇੱਕਾ ਦੁੱਕਾ ਅਜੇ ਵੀ ਉਹਨਾਂ ਦੇ ਬੰਦੇ ਸਾਡੇ ਬੰਦਿਆਂ ਦੇ ਵਿੱਚ ਵੜੇ ਫਿਰਦੇ ਆ ਤੇ ਉਹ ਇਹੋ ਜਿਹੀਆਂ ਅਕਸਾਰ ਹੈ, ਇਹੋ ਜਿਹੀਆਂ ਗੱਲਾਂ ਕਰ ਰਿਹਾ ਵੀ ਜਿਹਦੇ ਨਾਲ ਕਲੈਸ਼ ਫੇਰ ਹੋਏ। ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਅਸੀਂ ਕਿਰਤੀ ਲੋਕ ਆ। ਅਸੀਂ ਖੇਤਾਂ ਦੇ ਵਿੱਚੋਂ ਆਏ ਹਾਂ, ਕੁੱਲੀਆਂ ਢਾਰਿਆਂ ਦੇ ਵਿੱਚੋਂ ਆਏ ਹਾਂ। 26 ਤਰੀਕ ਤੋਂ DC ਦਫ਼ਤਰ ਦੇ ਗਾੜੀ ਬੈਠੇ ਆ ਤੇ ਗਾਂ ਸਾਡਾ 1 ਮਹੀਨਾ ਇੱਥੇ ਟੋਲ ਪਲਾਜ਼ਿਆਂ ਤੇ ਰਹਿਣਾ ਤੇ ਇੱਥੇ ਕੋਈ ਵੀ ਕੋਈ ਹੁੱਲੜਬਾਜ਼ੀ ਨਾ ਕਰੇ। ਕੋਈ ਵੀ ਕਿਸਾਨਾਂ ਨੂੰ ਜੇ ਕੋਈ ਇਹੋ ਜਿਹੀ ਹੁੱਲੜਬਾਜ਼ੀ ਕਰਦਾ, ਰਾਤ ਨੂੰ ਵੀ ਸਾਡੀਆਂ ਭੈਣਾਂ ਰਹਿਣਾ ਬੀਬੀਆਂ ਨੇ, ਜੇ ਕੋਈ ਹੁੱਲੜਬਾਜ਼ੀ ਕਰਦਾ ਤੇ ਇੱਥੇ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਊਗੀ, ਇੱਥੋਂ ਦੇ DC ਹੋਊ ਤੇ ਭਗਵੰਤ ਮਾਨ ਦੀ ਜਿਹੜੀ ਜ਼ਿੰਮੇਵਾਰੀ ਹੈ। ਜਿਹੜਾ ਬੰਦਾ ਇੱਥੇ ਟੋਲ ਪਲਾਜ਼ਾ ਦਾ ਹਰਵਿੰਦਰ ਸਿੰਘ ਸੋਨੂ ਤੁਹਾਡੀ ਮੁਲਾਜ਼ਮ ਜਥੇਬੰਦੀ ਦਾ ਕਿਸਾਨ ਜਥੇਬੰਦੀ ਦਾ ਆਗੂ ਸੀਗਾ, ਉਹਦੇ ਬਾਰੇ ਕੀ ਕਹੋਗੇ? ਬਿਲਕੁਲ ਜੀ, ਕਈ ਵਾਰੀ ਹੁੰਦਾ ਵੀ ਅਸੀਂ ਪੁੱਤ ਜੰਮ ਲੈਂਦੇ ਆ, ਪੁੱਤ ਪਾਲ ਲੈਂਦੇ ਆ, ਪਰ ਉਹਦੇ ਲੇਖ ਕਿਹੋ ਜਿਹੇ ਹੁੰਦੇ ਆ, ਉਹਦੀ ਕਮਾਈ ਕਿਹੋ ਜਿਹੀ ਹੁੰਦੀ ਆ, ਸਾਡੇ ਆਮ ਘਰਾਂ ਦੇ ਵਿੱਚ ਵਰਤਾਰੇ ਆ। ਇੱਕਦਮ ਸਾਡੀ ਪੰਜਾਬ ਦੀ ਜਥੇਬੰਦੀ ਇੱਕ ਮੋਟਿਆ ਕਿਸੇ ਵੀ ਪੰਜਾਬ ਦੇ ਟੋਲ ਪਲਾਜ਼ੇ ਤੇ ਔਰ ਕਿਸੇ ਵੀ ਮੁਲਾਜ਼ਮ ਨੇ ਨਹੀਂ ਰੋਕਿਆ। ਇੱਥੇ ਮੁਲਾਜ਼ਮਾਂ ਨੇ ਰੋਕਿਆ, ਇੱਥੇ ਉਸ ਬੰਦੇ ਨੇ ਗੁੰਡਾਗਰਦੀ ਕਰਾਈ ਆ। ਉਹ ਬਿਲਕੁਲ ਸਾਡੀ ਜਥੇਬੰਦੀ ਦਾ ਅੱਜ ਤੋਂ ਮੈਂਬਰ ਨਹੀਂ, ਕੋਈ ਸਾਡਾ ਉਹ ਆਗੂ ਨਹੀਂ ਗਾ। ਇੱਕ ਤੇ ਤੁਸੀਂ ਟੋਲ ਪਲਾਜ਼ਾ ਖਲਾਤਾ, ਤੁਸੀਂ ਅੱਜ ਟੋਲ ਪਲਾਜ਼ਾ ਮੁਕਤ ਕਰਾਤਾ। ਬਿਲਕੁਲ ਮੁਕਤ ਟੋਲ ਪਲਾਜ਼ਾ ਹੋ ਗਿਆ ਜੀ। ਅਸੀਂ ਬਿਲਕੁਲ ਇੱਥੇ ਧਰਨਾ ਲਾ ਕੇ ਬਵਾਂਗੇ। ਕਿੰਨੇ ਸਮੇਂ ਲਈ? ਇਹ ਬਿਲਕੁਲ ਪੱਕਾ 1 ਮਹੀਨੇ ਤਾਈਂ 1 ਮਹੀਨੇ ਤਾਈਂ ਇੱਥੇ ਧਰਨਾ ਲਾ ਕੇ ਬਵਾਂਗੇ। ਸਾਡੇ ਜਥੇ ਆਉਂਦੇ ਜਾਂਦੇ ਰਹਿਣਗੇ। ਆਹ ਗਿਣਤੀ ਨੇ ਤੋਂ ਵੱਡੀ ਗਿਣਤੀ ਵੀ ਇੱਥੇ ਅਸੀਂ ਝੋਕਾਂਗੇ ਤਾਂ ਕਿ ਲੋਕਾਂ ਨੂੰ ਜਿਹੜੀ ਆ ਫ੍ਰੀ ਸੇਵਾ ਮਿਲੇ। ਅਸੀਂ ਮੰਗੇ ਨਾ ਰੱਖਦੇ ਹਾਂ, ਇਹਨਾਂ ਦੀ ਵੀ ਰੱਖਦੇ ਵੀ ਸਰਕਾਰ ਆਪਣੇ ਖੇਤਰ ਦੇ ਵਿੱਚ ਲਿਆਵੇ ਤੇ ਇਹਨਾਂ ਦੀਆਂ ਤਨਖਾਹਾਂ ਪੱਕੀਆਂ ਕੀਤੀਆਂ ਜਾਣ ਤੇ ਸਰਕਾਰ ਇਹਨਾਂ ਨੂੰ ਜਿਹੜੀਆਂ ਤਨਖਾਹਾਂ ਦੇਵੇ ਤੇ ਬਦਲੀਆਂ ਇਹਨਾਂ ਦੀਆਂ ਨਾ ਕੀਤੀਆਂ ਜਾਣ। ਸਾਡੀ ਮੰਗ ਹੈ। ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫਾਜ਼ਿਲਕਾ ਇਲਾਕੇ ਵਿੱਚ ਡਰੋਨ ਜ਼ਰੀਏ ਆਈ ਨਸ਼ੇ ਦੀ ਵੱਡੀ ਖੇਪ ਨੂੰ BSF ਅਤੇ ਪੰਜਾਬ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਸੈਕਟਰ ਦੀ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਪਿੰਡ ਬਾਰੇਕਾ ਨੇੜਿਓਂ ਇੱਕ ਖੇਤ ਵਿੱਚ ਇਹ ਬਰਾਮਦਗੀ ਹੋਈ ਹੈ। BSF ਜਵਾਨਾਂ ਵੱਲੋਂ ਡਰੋਨ ਤੇ 3 ਰਾਉਂਡ ਫਾਇਰ ਵੀ ਕੀਤੇ ਗਏ, ਜਿਸ ਤੋਂ ਬਾਅਦ ਸਰਚ ਦੌਰਾਨ ਉਹ ਬਰਾਮਦਗੀ ਹੋਈ। ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਬਰਾਮਦ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਹੈ, ਜੋ ਕਿ 3 ਪੈਕਟਾਂ ਵਿੱਚ ਸੀ।
ਸਾਡੇ ਕੋਲ ਬੀਐਸਐਫ ਦੇ ਜ਼ਰੀਏ ਇਤਲਾਹ ਮਸੂਲ ਹੋਈ ਸੀ ਕਿ ਬਾਰਡਰ ਤੇ ਰਾਤ ਡਰੋਨ ਦੀ ਹਿਲਜੁਲ ਵੇਖੀ ਗਈ। ਉਸ ਇਤਲਾਹ ਤੇ ਬੀਐਸਐਫ ਨਾਲ ਅਸੀਂ ਤਾਲਮੇਲ ਕਰਕੇ ਮੌਕੇ ਤੇ ਪਹੁੰਚ ਕੇ ਸਾਰੇ ਏਰੀਆ ਦੀ ਸਰਚ ਕੀਤੀ ਹੈਗੀ। ਰਾਤ ਵੀ ਕੀਤੀ। ਏਰੀਆ 5-6 ਕਿਲੋਮੀਟਰ ਅਸੀਂ ਕਵਰ ਕਰ ਲਿਆ। ਅਸੀਂ ਨਾਕੇ ਲਾ ਲਏ, ਪੈਟਰੋਲਿੰਗ ਕਰ ਲਈ। ਉਸ ਸਰਚ ਦੇ ਦੌਰਾਨ ਸਾਨੂੰ 2.5 ਕਿਲੋ ਹੀਰਨ ਬਰਾਮਦ ਹੋਈ ਹੈ। ਉਹਦੇ 'ਚ ਕੁਝ ਅਸੀਂ ਉਸ ਸਰਚ ਦੌਰਾਨ ਅਸੀਂ ਸ਼ੱਕੀ ਵਿਅਕਤੀ ਵੀ ਰਾਉਂਡ ਕੀਤਾ ਹੈ। ਉਮੀਦ ਹੈ 100% ਅਸੀਂ ਜਿਨ੍ਹਾਂ ਦਾ ਸਮਾਨ ਸੀ ਅਸੀਂ ਕਾਮਯਾਬ ਹੋਏ ਹਾਂ ਬੰਦੇ ਫੜਨ ਵਿੱਚ। ਸਰ ਕਿੰਨੇ ਬੰਦੇ ਰਾਉਂਡ ਅਪ ਕੀਤੇ ਗਏ ਨੇ? ਹਾਲ ਦੀ ਘੜੀ ਸਾਡੇ ਤਫਤੀਸ਼ ਦੇ ਕੁਝ ਨਹੀਂ ਕਹਿ ਸਕਦੇ ਕੋਈ ਵਿਅਕਤੀ ਰਾਉਂਡ ਅਪ ਕੀਤਾ ਸੀ। ਜੀ ਜੇ ਸਮਾਨ ਦੀ ਬਰਾਮਦਗੀ ਦੀ ਗੱਲ ਕਰੀਏ ਤਾਂ ਕਿੰਨੇ ਵਜੇ ਬਰਾਮਦਗੀ ਹੋਈ? ਸਵੇਰ ਮਾਰਨਿੰਗ ਵਿੱਚ ਹੋਈ ਹੈ ਜਾਂ ਰਾਤ ਨੂੰ ਹੀ ਹੋਈ? ਰਾਤ ਸਾਡੇ ਕੋਲ ਇਤਲਾਹ ਜਿਹੜੀ ਬੀਐਸਐਫ ਨੇ ਦਿੱਤੀ ਸੀ ਕਰੀਬ 11:30 ਵਜੇ ਇਤਲਾਹ ਦਿੱਤੀ ਸੀ ਤੇ ਅਸੀਂ ਰਾਤ ਵੀ ਸਾਰੀ ਸਰਚ ਕੀਤੀ ਸੀ। ਰਾਤ ਹਨੇਰਾ ਸੀ, ਉਹ ਕੋਈ ਜਗ੍ਹਾ ਸਰੋਂ ਦੀ ਏਰੀਆ 'ਚ ਕਾਫੀ ਕੇਸ ਸੀ। ਸਵੇਰ 7 ਵਜੇ ਦੇ ਦੁਬਾਰਾ ਫਿਰ ਅਸੀਂ ਸਾਰਾ ਏਰੀਆ ਕੋਰਡਨ ਜਿਹੜਾ ਕੀਤਾ ਸੀ ਰਾਤ ਦਾ, ਉਹਦੇ ਦੌਰਾਨ ਬੀਐਸਐਫ ਨਾਲ ਸਾਰੀ ਸਰਚ ਕੀਤੀ। ਉਹ ਸਵੇਰ 7 ਵਜੇ ਦੇ ਕਰੀਬ ਸਾਨੂੰ ਇਹ ਰਿਕਵਰੀ हुई है। अंतर्राष्ट्रीय सीमा पर जो बचपन बटालियन के ट्रूप्स डिप्लॉयड हैं उन्हें हेडक्वार्टर से और इंट एजेंसी से मिलने वाली खबरों से हमेशा वाकिफ़ रखा जाता है। तो एंटी ड्रोन एक्टिविटी के लिए जो हमारी स्टैंडर्ड ऑपरेशन प्रोसीजर है उसके मुताबिक जब कभी भी ड्रोन नज़र आता है ट्रूप्स और सारे कमांडर साइमल्टेनियस कार्रवाई करते हैं। इसी कार्रवाई को फॉलो करते हुए हमने इस सीजर को किया है। सर कितने राउंड जो फायर किए गए हैं? बॉर्डर पे ड्रोन के नज़र आने पर 6 राउंड फायर किए गए। जी बरामदगी की अगर बात करें तो कितनी बरामदगी है जी? पैकेजिंग का वेट लेने के साथ 2.650 सस्पेक्टेड हेरोइन सीज किया गया। सर कोई आदमी भी व्यक्तियों को भी जो राउंड अप किया गया बीएसएफ की तरफ से? ये जो अंतर्राष्ट्रीय अपराध है इसकी छानबीन के लिए पुलिस से सहयोग लिया जाता है। पंजाब पुलिस की फाजिलका टीम हमारे साथ काफ़ी क्लोज कोऑर्डिनेशन में काम करती है। तो सूचना हमने पुलिस के साथ शेयर किया और हमारी सूचना पर हमें खबर मिली है कि उन्होंने कुछ लोगों को शकिया लोगों को छानबीन के लिए राउंड अप किया है। ਆਪਣੀਆਂ ਮੰਗਾਂ ਨੂੰ ਲੈ ਕੇ ਪਨਬਸ ਮੁਲਾਜ਼ਮ ਦੁਬਾਰਾ ਸੜਕਾਂ ਤੇ ਉਤਰ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਬਲਕਿ ਮੈਨੇਜਮੈਂਟ ਵੱਲੋਂ ਨਵੇਂ ਅਨਟ੍ਰੇਨਡ ਬੱਸ ਡਰਾਈਵਰ ਭਰਤੀ ਕਰ ਲਏ ਗਏ ਨੇ, ਜਿਸ ਦੇ ਰੋਸ ਵਜੋਂ ਉਹਨਾਂ ਨੂੰ ਹੜਤਾਲ ਕਰਨੀ ਪਈ ਹੈ। ਦਲਜੀਤ ਸਿੰਘ ਸੂਬਾ ਮੀਤ ਪ੍ਰਧਾਨ ਪਨਬਸ ਨੇ ਦੱਸਿਆ ਕਿ ਜ਼ਬਰਦਸਤੀ ਨੰਗਲ ਤੇ ਰੋਪੜ ਵਿੱਚ ਅਨਟ੍ਰੇਨਡ ਡਰਾਈਵਰ ਉਹਨਾਂ ਤੇ ਥੋਪੇ ਜਾ ਰਹੇ ਨੇ, ਜਿਸ ਕਾਰਨ ਸੂਬੇ ਦੇ 18 ਡਿਪੂ ਉਹਨਾਂ ਵੱਲੋਂ ਅੱਜ ਦੁਪਹਿਰ ਤੋਂ ਬਾਅਦ ਬੰਦ ਕਰ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਜੇਕਰ ਅੱਜ ਸ਼ਾਮ ਤੱਕ ਕੋਈ ਹੱਲ ਨਿਕਲਦਾ ਹੈ ਤਾਂ ਠੀਕ ਹੈ, ਨਹੀਂ ਤਾਂ ਕੱਲ ਮੋਹਾਲੀ ਵਿਖੇ ਆਪਣੇ ਸਾਥੀਆਂ ਦਾ ਇਕੱਠ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੱਲ ਘਿਰਾਓ ਕੀਤਾ ਜਾਏਗਾ। ਅਫਸਰਸ਼ਾਹੀ ਨੇ ਸਾਡੀ ਮੈਨੇਜਮੈਂਟ ਨੇ ਧੱਕੇ ਨਾਲ ਜਿਹੜੇ ਅਨਟ੍ਰੇਨਡ ਡਰਾਈਵਰ 28 ਮੈਨੇਜਮੈਂਟ ਸਾਡੇ ਤੇ ਥੋਪ ਰਹੀ ਹੈ। ਡਿਪੂਆਂ ਦੇ ਵਿੱਚ 2-2 4-4 ਭੇਜੇ ਹੋਏ ਆ। ਉਹ ਨੰਗਲ ਤੇ ਰੋਪੜ ਦੇ ਵਿੱਚ ਸ਼ੁਰੂਆਤ ਕੀਤੀ ਗਈ, ਉਹਨਾਂ ਨੂੰ ਜ਼ਬਰਦਸਤੀ ਜਿਹੜਾ ਜੁਆਇਨ ਕਰਾਇਆ ਗਿਆ, ਜਿਹਦੇ ਰੋਸ ਵਜੋਂ ਸਾਡੀ ਜਥੇਬੰਦੀ ਨੇ ਫੈਸਲਾ ਕਰਕੇ ਤੇ ਅਸੀਂ ਪੰਜਾਬ ਦੇ 18 ਦੇ 18 ਡਿਪੂ ਜਿਹੜੇ ਦੁਪਹਿਰ ਤੋਂ ਬਾਅਦ ਅਸੀਂ ਬੰਦ ਕਰ ਦਿੱਤੇ ਨੇ। ਕੀ ਕਾਰਨ ਕੀ ਹੈ? ਕਿਉਂ ਸਰਕਾਰ ਇਹੀ ਸੱਤਾ ਤੋਂ ਆਉਣ ਤੋਂ ਪਹਿਲੇ ਤੁਹਾਡੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਜਾਂ ਵੀ ਇਸੇ ਜਗ੍ਹਾ ਤੇ ਧਰਨਿਆਂ ਤੇ ਬਹਿ ਕੇ ਕਹਿੰਦੇ ਸਾਡੀ ਸਰਕਾਰ ਸੱਤਾ ਤੇ ਲਿਆਓ ਤੇ ਪਹਿਲੇ ਪਹਿਲ ਦੇ ਆਧਾਰ ਤੇ ਜਿਹੜੇ ਤੁਹਾਡੇ ਵਾਅਦੇ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ? ਦੇਖੋ, ਸਰਕਾਰਾਂ ਸੱਤਾ 'ਚ ਆਉਣ ਲਈ ਮੁਲਾਜ਼ਮਾਂ ਨੂੰ ਵਰਤਿਆ ਜਾਂਦਾ, ਵਾਅਦੇ ਕੀਤੇ ਜਾਂਦੇ ਨੇ, ਪਰ ਜਦੋਂ ਸੱਤਾ ਹਾਸਲ ਹੋ ਜਾਂਦੀ ਹੈ, ਕੁਰਸੀਆਂ ਤੇ ਬੈਠ ਜਾਂਦੇ ਨੇ, ਉਦੋਂ ਇਹਨਾਂ ਵਰਕਰਾਂ ਦੀ ਮੁਲਾਜ਼ਮਾਂ ਦੀ ਜਿਹੜੀ ਗੱਲ ਸੁਣਨੀ ਉਹ ਜਿਹੜੀ ਭੁੱਲ ਜਾਂਦੇ ਨੇ। ਪਰ ਜ਼ਿਆਦਾ ਜਿਹੜਾ ਕਸੂਰਵਾਰ ਅਸੀਂ ਮੰਨਦੇ ਹਾਂ ਕਿ ਸਾਡੀ ਅਫਸਰਸ਼ਾਹੀ ਨੇ। ਜੇ ਰੋਡਵੇਜ਼ ਦੀ ਗੱਲ ਕਰਾਂ ਤੇ ਸਾਡੀ ਅਫਸਰਸ਼ਾਹੀ ਜਿਹੜੀ ਸਾਡੇ ਨਾਲ ਵਾਰ-ਵਾਰ ਮੀਟਿੰਗਾਂ ਕਰਕੇ ਮੰਗਾਂ ਤੇ ਸਮਝੌਤੇ ਵੀ ਕਰਕੇ ਉਹ ਮੰਗਾਂ ਨੂੰ ਲਾਗੂ ਨਹੀਂ ਕਰਦੀ, ਤੇ ਜਿਹਦੇ ਰੋਸ ਵਜੋਂ ਜਿਹੜਾ ਅਸੀਂ ਨਿੱਤ ਹੜਤਾਲਾਂ ਤੇ ਮੁਜ਼ਾਹਰੇ ਜਿਹੜੇ ਕਰਨੇ ਪੈ ਰਹੇ ਸਾਨੂੰ। ਹੁਣ ਅਗਲੀ ਕੀ ਰਣਨੀਤੀ ਹੋਏਗੀ? ਅਗਲੀ ਰਣਨੀਤੀ ਇਹੀ ਹੈ ਕਿ ਜੇ ਤੇ ਸ਼ਾਮ ਤੱਕ ਕੋਈ ਵੀ ਸਰਕਾਰ ਨੇ ਵਿੱਚ ਪੈ ਕੇ ਇਹ ਹੱਲ ਕੱਢ ਦਿੱਤਾ ਸਾਡੀ ਇਸ ਮੰਗ ਦਾ ਤੇ ਠੀਕ ਹੈ, ਨਹੀਂ ਤੇ ਕੱਲ ਨੂੰ ਜਿਹੜਾ ਮੋਹਾਲੀ ਦੇ ਵਿੱਚ ਅਸੀਂ ਆਪਣੇ ਇਕੱਠ ਕਰਕੇ ਤੇ ਸੀਐਮ ਦੀ ਕੋਠੀ ਦਾ ਘਿਰਾਓ ਕਰਾਂਗੇ। ਆਦਮਪੁਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਆਦਮਪੁਰ ਹਵਾਈ ਅੱਡੇ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ, ਮੇਰੇ ਸੰਸਦੀ ਖੇਤਰ ਵਿੱਚ ਕਰੋਨਾ ਕਾਲ ਸਮੇਂ ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਸਪਾਈਸ ਜੈਟ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ, ਸਾਡੇ ਖੇਤਰ ਵਿੱਚ ਉਡਾਣਾਂ ਦਾ ਚੱਲਣਾ ਬੇਹੱਦ ਜ਼ਰੂਰੀ ਹੈ। ਉਡਾਣਾਂ ਨਾ ਚੱਲਣ ਕਰਕੇ ਬਹੁਤ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਸੰਤੋਖ ਸਿੰਘ ਚੌਧਰੀ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਡਾਨ ਸਕੀਮ ਤਹਿਤ ਆਦਮਪੁਰ ਤੋਂ 3 ਰੂਟ ਨੇ। ਉਹਨਾਂ ਭਰੋਸਾ ਦਿੱਤਾ ਕਿ ਆਦਮਪੁਰ ਲਈ ਉਡਾਣਾਂ ਮੁੜ ਸ਼ੁਰੂ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। मैं माननीय मंत्री जी से पूछना चाहता हूं कि मेरे संसदीय क्षेत्र आदमपुर एयरपोर्ट से कोविड के दौरान जो फ्लाइट्स हैं वो बंद हो गई थी। स्पाइस जेट की फ्लाइटें चलती थी दिल्ली आदमपुर, दिल्ली आदमपुर, जयपुर, बॉम्बे। तो 1.5 साल हो गया वो बंद हो गई हैं और ये दुआबे का बहुत इम्पोर्टेंट एयरपोर्ट है और इसका नया टर्मिनल भी बन गया, ऑलमोस्ट तैयार हो गया है। तो मैं यही पूछना चाहता हूँ कि ये कब शुरू हो जाएंगी, क्योंकि लोगों को बहुत भारी इनकन्वीनियंस हो रही है। दुआबा जो जलंधर है ये इंडस्ट्री सेंटर है, ये बहुत लोग वहाँ से NRI हैं
तो डेली यहाँ दिल्ली बॉम्बे आते हैं, तो काइंडली ये बताइए कि कब ये आप शुरू करेंगे? सर, नागर विमानन क्षेत्र एक डीरेगुलेटेड सेक्टर हो चुका है। इस डीरेगुलेटेड वातावरण में भी हमारी कोशिश है कि देश के कोने कोने तक नागर विमानन क्षेत्र से हम लोग कनेक्टिविटी दे पाएं। इसलिए उड़ान योजना एक बहुत महत्वाकांक्षी योजना है उसकी पूर्ति करने के लिए। पिछले 6 वर्षों में 453 रूट्स हम लोग ने संचालित किए हैं। 70 एयरपोर्ट जो नागर विमानन के नक्शे से मिटाए गए थे देश में, उन्हें हम लोग ने दोबारा स्थापित किया है। और जहां तक सांसद महोदय ने आदमपुर की बात की, हमारी प्राथमिकता भी है, पर वहां 3 रूट्स चलती थी, आदमपुर दिल्ली और आदमपुर जयपुर। ये दोनों को भी हम लोग ने उड़ान योजना के अंतर्गत चलाया था, लेकिन 3 साल की अवधि होती है वायबिलिटी गैप फंडिंग देने की, वो अवधि समाप्त हो गई है। अगले राउंड ऑफ बिडिंग में हम लोग एयरलाइन से भी हम लोग बात करेंगे और उनकी रुचि होगी तो इसको हम लोग ले जाने की कोशिश करेंगे। ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਲਤੀਫਪੁਰੇ ਦਾ ਮੁੱਦਾ ਅੱਜਕੱਲ ਜਿੱਥੇ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਏ, ਉੱਥੇ ਹੀ ਸੰਸਦ ਵਿੱਚ ਵੀ ਇਸ ਦੀ ਗੂੰਜ ਸੁਣਨ ਨੂੰ ਮਿਲੀ। ਦਰਅਸਲ ਸਰਦ ਰੁੱਤ ਇਜਲਾਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਲੋਕਾਂ ਦਾ ਦਰਦ ਬਿਆਨ ਕੀਤਾ। ਉਹਨਾਂ ਕਿਹਾ ਕਿ ਬਾਹਰੀ ਸੰਸਥਾਵਾਂ ਮਦਦ ਲਈ ਅੱਗੇ ਵਧ ਰਹੀਆਂ ਨੇ, ਪਰ ਸਾਡੀਆਂ ਸਰਕਾਰਾਂ ਕਿਉਂ ਨਹੀਂ। ਇਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੇ ਸਵਾਲ ਦਾ ਜਵਾਬ ਭਾਰਤ ਸਰਕਾਰ ਵਿੱਚ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤਾ। ਉਹਨਾਂ ਕਿਹਾ ਕਿ ਮੈਂ ਪੰਜਾਬੀਆਂ ਦਾ ਸਤਿਕਾਰ ਕਰਦਾ ਹਾਂ ਤੇ ਇਸ ਮਾਮਲੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇਗਾ। ਥੈਂਕ ਯੂ ਸਪੀਕਰ ਸਾਹਿਬ। ਸਰ, ਅੱਜ ਬੇਸ਼ੱਕ ਇਹ ਕੋਈ ਸਕੀਮ ਹੋਵੇ ਚਾਹੇ ਨਾ, ਪਰ ਸਪੀਕਰ ਸਾਹਿਬ ਆਪਾਂ ਲੋਕਾਂ ਨੂੰ ਘਰ ਦੇਣ ਦੀ ਗੱਲ ਕਰ ਰਹੇ ਹਾਂ। ਪਰ ਸਾਡੇ ਕੀ ਹੋਇਆ 4 ਦਿਨ ਪਹਿਲਾਂ, ਮੰਤਰੀ ਜੀ ਇਸ ਗੱਲ ਤੋਂ ਜਾਣੂ ਨੇ, 70 ਸਾਲ ਤੋਂ ਸਰ ਪਾਕਿਸਤਾਨ ਤੋਂ ਆ ਕੇ ਜਲੰਧਰ 'ਚ ਲੋਕ ਬਸੇ ਤੇ ਉੱਥੇ ਦੀ ਸਰਕਾਰ ਨੇ 100 ਘਰ ਸਰ ਬੁਲਡੋਜ਼ਰਾਂ ਲੈ ਕੇ ਉਹਨਾਂ ਨੂੰ ਤੋੜਤਾ। ਆਪਾਂ ਘਰ ਦੇਣ ਦੀ ਗੱਲ ਕਰਦੇ ਹਾਂ ਸਰ, ਠੰਡ ਦੇ ਵਿੱਚ ਜਲੰਧਰ ਦੇ ਵਿੱਚ ਐਸਾ ਮੈਂ ਤਾਨਾਸ਼ਾਹ ਕਦੇ ਦੇਖਿਆ ਨਹੀਂ। ਤੇ ਮੈਨੂੰ ਲੱਗਦਾ ਮੰਤਰੀ ਜੀ ਦਿੱਲੀ ਦੇ ਆ, ਪਰ ਪੰਜਾਬੀ ਨੇ ਇਸ ਗੱਲ ਤੋਂ ਵਾਕਿਫ ਹੋਣਗੇ। ਆਪ ਇੰਟਰਵੀਨ ਕਰਕੇ ਸਰ, ਜਗ੍ਹਾ ਬੇਸ਼ੱਕ ਉਹਨਾਂ ਦੀ ਹੋਵੇ, ਪਰ ਸਰ ਉਹਨਾਂ ਨੂੰ ਘਰ ਲਮਾਉਣ ਲਈ ਇਹ ਆਪ ਇੰਟਰਵੀਨ ਕਰਨ। ਨਹੀਂ ਬਹੁਤ ਬੁਰਾ ਹਾਲ ਆ ਜਿਹੜਾ ਜਲੰਧਰ 'ਚ ਹੋਇਆ ਪਿਆ। ਬਾਹਰ ਤੱਕ ਦੀਆਂ ਸੰਸਥਾਵਾਂ ਕਹਿ ਰਹੀਆਂ ਵੀ ਅਸੀਂ ਮਦਦ ਕਰਨ ਆ ਰਹੇ ਹਾਂ, ਆਪਾਂ ਮਰੇ ਹੋਏ ਹਾਂ। ਕੀ ਗੱਲ, ਤੁਸੀਂ ਇੱਥੇ ਐਲਾਨ ਕਰੋ ਵੀ ਜੋ ਮਦਦ ਹੋਊਗੀ ਅਸੀਂ ਜਲੰਧਰ ਦੀ ਕਰਾਂਗੇ। राज्य का विषय नहीं, मैं ये उससे कहने से पहले मैं कहूँगा, वो कहते हैं कि मैं हूँ दिल्ली से पर दिल से पंजाबी हूँ। मैंने दिल से नहीं, बाकी इन ऑल रिस्पेक्ट्स आई एम ए पंजाबी एंड अ वेरी प्राउड पंजाबी। आई वांट टू अश्योर द ऑनरेबल मेंबर that I am not going to take shelter under the argument कि ये स्टेट सब्जेक्ट है और पंजाब में जो स्टेट गवर्नमेंट है उनको इसकी रिस्पॉन्सिबिलिटी लेनी चाहिए। I join the honourable member in the sentiment. I will join that sentiment and I will appeal to everyone concerned that people who are placed in that disadvantageous situation, they should be provided relief. And for them, in the case of Punjab, in any case, there are people outside the country who are willing to come and help, as the honourable member said. So I completely will join him and endorse that sentiment, so that in this, not only in whether in any climatic or in any part of the year when it's cold or not so cold, you have no right to demolish those people. I had taken exception to the use of that term even the other day in the other house, when I said there are norms which have to be followed. And at the heart of that is a humanitarian, should be a humanitarian streak, that people who are without a shelter, they should be provided shelter rather than their whatever temporary locations are demolished, if that word is used and appropriate in that incident, and then they are sent hundreds of kilometers away. So I join the honourable member in doing that. I join it everywhere, everywhere. There is, well, I am talking to those about those humanitarian situations. If somebody is other illegal, I am not in a position to provide a guarantee on the behalf of the state of Tamil Nadu. I am not in a position to do that. If some illegal activity is being carried out in a particular state, माननीय मंत्री जी, आप बेटे बेटे लोगों का जवाब क्यों देते हो? वो भी बात सही है सर।
ਪਿਛਲੇ ਕਈ ਦਿਨਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਡੀਸੀ ਦਫ਼ਤਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦਿਆਂ 1 ਮਹੀਨੇ ਲਈ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਦੇ ਪਹਿਲੇ ਪੜਾਅ ਤਹਿਤ 15 ਦਸੰਬਰ ਤੋਂ 15 ਜਨਵਰੀ ਤੱਕ ਪੰਜਾਬ ਭਰ ਦੇ 10 ਜ਼ਿਲ੍ਹਿਆਂ ਵਿੱਚ 18 ਜਗ੍ਹਾ ਤੇ ਸੜਕਾਂ ਟੋਲ ਮੁਕਤ ਕਰਨ ਦੇ ਮੰਤਵ ਨਾਲ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਅਤੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜ਼ਦੀਕ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇ ਤੇ ਪੈਂਦੇ ਟੋਲ ਪਲਾਜ਼ਾ ਨਿੱਜਰਪੁਰਾ ਨੂੰ ਟੋਲ ਫ੍ਰੀ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਰਮਨਜੀਤ ਸਿੰਘ ਬੰਡਾਲਾ ਤੇ ਅਮਰਦੀਪ ਸਿੰਘ ਬਾਗੀ ਨੇ ਕਿਹਾ ਕਿ ਸਰਕਾਰ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਇਹ ਜੀ ਡੀਸੀ ਹੈੱਡਕੁਆਰਟਰਾਂ ਤੋਂ ਜੋ 26 ਨਵੰਬਰ ਨੂੰ ਮੋਰਚੇ ਚੱਲ ਰਹੇ ਸੀਗੇ, ਲਗਾਤਾਰ ਉੱਥੇ ਵੀ ਧਰਨੇ ਚੱਲ ਰਹੇ ਆ ਪੰਜਾਬ ਭਰ ਦੇ ਵਿੱਚ 10 ਜ਼ਿਲ੍ਹਿਆਂ ਦੇ ਵਿੱਚ, ਤੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ ਕਿ 15 ਦਸੰਬਰ ਨੂੰ 1 ਮਹੀਨੇ ਵਾਸਤੇ ਜਿਹੜੇ ਟੋਲ ਆ ਉਹ ਫ੍ਰੀ ਕਰਾਂਗੇ। ਉਸੇ ਕੜੀ ਦੇ ਤਹਿਤ ਅੱਜ ਨਿੱਜਰਪੁਰਾ ਟੋਲ ਪਲਾਜ਼ਾ ਤੇ ਸੂਬੇ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਅਚੇਚੇ ਤੌਰ ਤੇ ਪਹੁੰਚੇ ਆ ਤੇ ਟੋਲ ਫ੍ਰੀ ਕਰਾਏਗਾ, ਕਿਉਂਕਿ ਜਿਹੜਾ ਕਾਰਪੋਰੇਟ ਜਗਤ ਆ 1 ਰੁਪਇਆ ਲਾਉਂਦਾ ਤੇ 100 ਰੁਪਇਆ ਕਮਾਉਂਦਾ। ਸਿੱਧਮ ਸਿੱਧੀ ਲੁੱਟ ਹੋ ਰਹੀ ਆ ਦੇਸ਼ ਦੇ ਲੋਕਾਂ ਦੀ, ਦੇਸ਼ ਦੇ ਲੋਕਾਂ ਦੇ ਹੱਕਾਂ ਦੇ ਡਾਕਾ ਕਿ ਜਦੋਂ ਵੀ ਕੋਈ ਵਹੀਕਲ ਕੋਈ ਲੈਂਦਾ ਵਾ ਤੇ ਰੋਡ ਟੈਕਸ ਨਾਲ ਦੇ ਕੇ ਆਉਂਦਾ ਗੱਡੀ ਦੇ ਉੱਤੇ, ਤੇ ਜਿਹੜਾ ਰੋਡ ਟੈਕਸ ਨੂੰ ਦਿੱਤਾ ਹੁੰਦਾ ਨਾ ਭਾਈ ਆਪਣੇ ਟੋਲ ਪਲਾਜ਼ੇ ਦੀ ਲੋੜ ਨਹੀਂ ਹੈਗੀ, ਦੋਹਰੀ ਮਾਰ ਪੈ ਰਹੀ ਆ। ਤੇ ਦੇਸ਼ ਦੇ ਲੋਕਾਂ ਨੂੰ ਰਾਹਤ ਦਿਵਾਉਣ ਦੇ ਵਾਸਤੇ ਜਥੇਬੰਦੀ ਨੇ ਪੰਜਾਬ ਭਰ ਦੇ ਵਿੱਚ 1 ਮਹੀਨੇ ਵਾਸਤੇ ਜਿਹੜਾ ਵਾ ਟੋਲ ਫ੍ਰੀ ਕਿਤੇ 18 ਥਾਵਾਂ ਦੇ ਪਹਿਲੇ ਪੜਾਅ ਟੋਲ ਫ੍ਰੀ ਹੋਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਗਿਣਤੀ ਹੋਰ ਵੱਧ ਸਕਦੀ ਆ। ਤੇ ਜਿਹੜੇ ਸਾਡੇ ਮੋਰਚੇ ਲੱਗੇ, ਜੋ ਸਾਡੇ ਮਸਲੇ ਆ, ਚਾਹੇ ਦਿੱਲੀ ਨਾਲ ਸੰਬੰਧਿਤ ਮਸਲੇ ਆ, ਲਖੀਮਪੁਰ ਖੀਰੀ ਆ, ਉਹਦੇ ਜਿਹੜੇ ਦੋਸ਼ੀ ਨੇ ਅਜੇ ਅਮਿਤਾ ਟੈਣੀ ਨੂੰ ਉਹਦੇ ਬਰਖਾਸਤ ਕਰਨ ਦੀ ਗੱਲ ਸੀਗੀ, ਉਹਨੂੰ ਬਰਖਾਸਤ ਨਹੀਂ ਕੀਤਾ ਗਿਆ, ਜਦੋਂ ਕਿ ਜਿਹੜੇ ਉਹਦੇ ਵਿਰੁੱਧ ਗਵਾਹ ਨੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਵਾ। ਸਰਬਜੀਤ ਜੀ ਉਹਦੇ ਭਰਾ ਦੀ, ਗੁਰਪ੍ਰੀਤ ਜੀ ਉਹਦੇ ਭਰਾ ਦੀ ਕੁੱਟਮਾਰ ਹੋਈ ਆ। ਸੋ ਇਹ ਸਰਕਾਰ ਦਾ ਵਰਤੀਰਾ ਜਿਹੜਾ ਵਾ ਅਤੀ ਨਿੰਦਣਯੋਗ ਆ। ਲਖੀਮਪੁਰ ਖੀਰੀ ਦੇ ਦੋਸ਼ੀ ਅਜੇ ਅਮਿਤਾ ਟੈਣੀ ਉੱਤੇ 120 ਦਾ ਪਰਚਾ ਦਰਜ ਆ। ਸਾਡੀ ਮੰਗ ਨੂੰ ਫੜ ਕੇ ਜੇਲ੍ਹ ਸੁੱਟਿਆ ਜਾਵੇ ਤੇ ਉਹਦੇ ਤੋਂ ਬਰਖਾਸਤ ਕਰੇ ਸਰਕਾਰ, ਤੇ ਜਿਹੜੇ ਕਿਸਾਨਾਂ ਨੇ ਉਮੀਦਵਾਰ ਪਰਚੇ ਦਰਜ ਕੀਤੇ ਉਹ ਰੱਦ ਕੀਤੇ ਜਾਣ। MSP ਦੀ ਕਾਨੂੰਨੀ ਗਰੰਟੀ ਦੀ ਅਸੀਂ ਮੰਗ ਕਰ ਰਹੇ ਹਾਂ। ਕੇਂਦਰ ਵੀ ਭੱਜ ਚੁੱਕੀ ਆ, ਕੋਈ ਕਮੇਟੀ ਨਹੀਂ ਬਣਾਈ ਹੈਗੀ, ਤੇ ਪੰਜਾਬ ਸਰਕਾਰ ਕਹਿੰਦੀ ਤੁਹਾਡੀ ਮੰਗ ਵਾਜਬ ਹੈਗੀ ਆ, ਅਸੀਂ ਜਤਾਇਆ ਸੀ, ਚਾਹੇ ਸਰਕਾਰ ਖਰੀਦੇ ਚਾਹੇ ਪ੍ਰਾਈਵੇਟ ਪਲੇਅਰ ਖਰੀਦਣ, ਸਰਕਾਰ ਦਾ ਲੱਗਣਾ ਲਗਾਉਣਾ ਕੁਛ ਨਹੀਂ ਹੈਗਾ। ਕੇਵਲ ਤੇ ਕੇਵਲ ਸਰਕਾਰ ਨੇ ਕਾਨੂੰਨ ਬਣਾਉਣਾ, ਉਹ ਘੱਟ ਨਾ ਵਿਕੇ। ਤੇ ਇਹ ਜਿਹੜਾ ਮਾਨ ਸਰਕਾਰ ਆ, ਕਹਿੰਦੇ ਅਸੀਂ ਮੰਗ ਤੁਹਾਡੀ ਵਾਜਬ ਆ, ਪਰ ਸਾਫ਼ ਮੁੱਕਰ ਗਈ ਵੀ ਕੇਂਦਰ ਦਾ ਵਿਸ਼ਾ ਹੈਗਾ ਵਾ। ਇਸ ਤੋਂ ਅੱਗੇ ਰੋਜ਼ਗਾਰ ਦੀ ਗੱਲ ਆ, ਜਿੰਨੀਆਂ ਪੰਜਾਬ ਦੇ ਸਾਮੀਆਂ ਵਿਹਲੀਆਂ ਨੂੰ ਭਰੀਆਂ ਜਾਣ, 25 ਲੱਖ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਆਏ ਆ। ਤੇ ਗੱਲਬਾਤ ਹੋਈ ਆ ਮੰਤਰੀ ਸਾਹਿਬਾਨ ਧਾਰੀਵਾਲ ਦੇ ਨਾਲ, ਤੇ ਕਹਿੰਦੇ ਸੀ ਕਿ 20,000 ਨੌਕਰੀ ਦਿੱਤੀ ਆ, ਜੋ ਪ੍ਰੋਸੀਡਿੰਗ ਸਾਨੂੰ ਮੁਹੱਈਆ ਕਰਵਾਈ ਆ, ਤੇ 16,000 ਦੀ ਪ੍ਰਕਿਰਿਆ ਚੱਲ ਰਹੀ ਆ। ਜਿਹੜੀ 20,000 ਨੌਕਰੀ ਦਿੱਤੀ ਗਈ ਆ, 40% ਨੌਕਰੀਆਂ ਪੰਜਾਬ ਤੋਂ ਜਿਹੜੇ ਬਾਹਰਲੇ ਨੌਜਵਾਨ ਨੇ ਉਹਨਾਂ ਨੂੰ ਦਿੱਤੀਆਂ ਗਈਆਂ। ਅਸੀਂ ਕਹਿੰਦੇ ਵੀ ਪੰਜਾਬ ਦੇ ਨੌਜਵਾਨ ਹੱਕਾਂ ਦੇ ਡਾਕਾ ਵਾ, ਪੰਜਾਬ ਦੇ ਨੌਜਵਾਨ ਰੋਜ਼ਗਾਰ ਮੁਹੱਈਆ ਕਰਵਾਵੇ ਪੰਜਾਬ ਸਰਕਾਰ, ਜਿਹਨਾਂ ਵਾਅਦਾ ਕੀਤਾ ਹੈਗਾ ਵਾ। 365 ਦਿਨ ਮਨਰੇਗਾ ਦੇ ਤਹਿਤ ਮਜ਼ਦੂਰਾਂ ਵਾਸਤੇ ਅਸੀਂ ਕੰਮ ਦੀ ਮੰਗ ਕਰਦੇ ਆ ਕਿ ਜਿਹੜਾ 100 ਦਿਨ ਦੀ ਗਰੰਟੀ ਦਿੱਤੀ ਜਾ ਰਹੀ, 46 ਦਿਨ ਜਿਹੜਾ ਵਾ ਕੰਮ ਮਿਲਦਾ ਵਾ, ਤੇ ਇਹਨੂੰ 365 ਦਿਨ ਕੀਤਾ ਜਾਵੇ। ਤੇ ਨਾਲ ਇਹਦੇ ਵਿੱਚ 5 ਕਿੱਲੇ ਵਾਲੇ ਮਜ਼ਦੂਰ ਆ ਉਹ ਸ਼ਾਮਲ ਕੀਤੇ ਜਾਣ। 2500 ਰੁਪਇਆ ਬੇਰੁਜ਼ਗਾਰੀ ਭੱਤੇ ਦੀ ਗੱਲ ਆ, ਬਾਪੂ ਦੀ 2500 ਪੈਨਸ਼ਨ ਦੀ ਗੱਲ ਆ, ਬੇਜ਼ਮੀਨੇ ਮਜ਼ਦੂਰਾਂ ਵਾਸਤੇ 5-5 ਮਰਲੇ ਪਲਾਟ ਦੇਣ ਦੀ ਗੱਲ ਆ, MSP ਦੀ ਕਾਨੂੰਨੀ ਗਰੰਟੀ। ਲੁਧਿਆਣਾ ਦੇ ਮੁੰਡਿਆ ਇਲਾਕੇ ਵਿੱਚ ਸਵੇਰੇ ਖੇਤਾਂ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ADCP ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮਰਨ ਵਾਲੀ ਕਰੀਬ 18 ਸਾਲਾ ਲੜਕੀ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਕੱਲ੍ਹ ਉਹ ਪੇਪਰ ਦੇਣ ਲਈ ਘਰ ਤੋਂ ਸਕੂਲ ਗਈ ਪਰ ਵਾਪਸ ਨਹੀਂ ਮੁੜੀ। ਸਵੇਰੇ 7 ਵਜੇ ਦੇ ਕਰੀਬ ਰਾਹਗੀਰਾਂ ਨੇ ਖੇਤਾਂ ਵਿੱਚ ਲਾਸ਼ ਪਈ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਮਾਮਲਾ ਕਤਲ ਦਾ ਜਾਪ ਰਿਹਾ ਹੈ। ਮ੍ਰਿਤਕ ਦੇ ਪਿਤਾ 버ਗਰ ਵੇਚਣ ਦਾ ਕੰਮ ਕਰਦਾ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਹੈ, ਉਹਦੀ ਬੋਡੀ ਮਿਲੀ ਹੈ ਬਾਮੀਆਂ ਦੇ ਕੋਲ। ਅਸੀਂ ਆ ਕੇ ਚੈੱਕ ਕੀਤਾ, ਪ੍ਰਾਈਮ ਫੇਸੀ ਲੱਗ ਰਿਹਾ ਹੈ ਕਿ ਇਹ ਮਰਡਰ ਦਾ ਕੇਸ ਹੈਗਾ।
तो ਇਹਦੇ ਰਿਗਾਰਡਿੰਗ ਫਿਰ ਅਸੀਂ ਜੋ ਹੈ ਆਪਣੀ ਟੀਮਸ ਵਗੈਰਾ ਮੂਵ ਕਰਦੀ हैं, जो भी क्लूज़ मिल रहे हैं इकट्ठे कर रहे हैं ਅਸੀਂ और जल्द तो जल्द जिन्हें भी ये मर्डर किया उन्हें फड़िया जाएगा। ਤੇ ਲੜਕੀ ਦੀ ਉਮਰ ਕਿੰਨੀ ਹੈ? लड़की की उम्र करीब 18 साल है जी। ਤੇ ਕਿੱਥੇ ਦੀ ਰਹਿਣ ਵਾਲੀ? ये ताजपुर रोड भी रहने वाली है। ਸਕੂਲੇ ਪੜਨ ਗਈ ਸੀ, ਕਹਿੰਦੇ ਪੇਪਰ ਦੇਣ ਗਈ ਸੀ ਵਾਪਸ। हाँ जी, कल की गल है, कल पेपर देन गई सी, वो तो बाद वो घर आई नहीं है एंड फिर इनके पेरेंट्स ढूंढते रहे हैं इन्होंने एंड आज सुबह इन्फॉर्मेशन मिली है कि इनकी बॉडी पेरेंट्स ने कोई अपना शिकायत दर्ज कराई थी? नहीं जी, ये गए थे शाम में ढूंढांड के थाने, तो वो थाने से इनकी मदद करी गई थी बट जो है उस टाइम पे मिली नहीं है, कहीं ना कहीं गई सी, ये कोई फ़ोन नहीं सीगा अपना, तो जो है अभी मिले, अभी असं बाकी क्लूज़ पे काम कर रहे हैं। सर कोई इंजरीज वगैरह भी निशान? वो अभी पोस्टमार्टम करके जब डिटेल्स क्लियर होती हैं तब तो उन्होंने आगे इन्फॉर्म ਸਰ कर ਸਕੂਲ ਯੂਨੀਫਾਰਮ ਸੀ? हाँ जी, स्कूल यूनीफॉर्म। ਸਰ ਜਿੱਥੇ ਡੈੱਡ ਬੋਡੀ ਮਿਲੀ ਹੈ ਉਹ ਰਸਤਾ ਇਹਦੇ ਘਰ ਨੂੰ ਜਾਂਦਾ ਜਾਂ ਸਕੂਲ ਨੂੰ? ये ये घर नू, घर दे कोल है ये जो लोकेशन है, स्कूल यहाँ से फिर काफ़ी दूर है, तो ਅਸੀਂ देख रहे हैं। ਤੇ ਸਰ अर्ली मॉर्निंग कितने वजे मिली है? जो बॉडी की इन्फॉर्मेशन साढ़े को आई है अराउंड 7 o'clock इन्फॉर्मेशन आई है, फिर उसके बाद इमीडिएटली मौके पे आके जो है हमारी कार्रवाई शुरू हो गई। सर ਇਹਦੇ ਫਾਦਰ ਕੀ ਕੰਮ ਕਰਦੇ हैं? ਇਹਨਾਂ ਦੇ ਫਾਦਰ ਦੀ ਇੱਕ 버ਗਰ ਦੀ ਰੇੜੀ ਹੈ, ਉਹ 버ਗਰ ਦੀ ਰੇੜੀ ਲਾਉਂਦੇ ਜੋ ਹਾਲੇ ਤੱਕ ਇਨਫੋਰਮੇਸ਼ਨ ਮਿਲੀ ਹੈ, ਬਾਕੀ ਸੀ ਸਰ ਕਿਹੜੀ ਕक्षा ਸੀ? 11th ਕਲਾਸ। ਠੀਕ ਹੈ ਸਰ, ਥੈਂਕ ਯੂ। ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਮੰਤਰੀ ਦਿੱਲੀ ਮਨੀਸ਼ ਸਿਸੋਦੀਆ ਆਪਣੀ ਟੀਮ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਪਹੁੰਚੇ। ਉਹਨਾਂ ਸਕੂਲ ਵਿੱਚ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਸਕੂਲ ਦੀ ਪ੍ਰਿੰਸੀਪਲ ਮਨਮੀਤ ਕੌਰ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। याद रहे कि उसारी अधीन इमारत नूं हाल ही विच बहाल किया गया है। मशीन की ठोकर कारण लैंटर टुट गया सी। इस दौरान हरजोत सिंह बैंस ते मनीष सिसोदिया ने स्कूल स्टाफ नाल मीटिंग भी की। ਦੁਪਹਿਰ ਦਾ ਖਾਣਾ ਯੋਜਨਾ ਅਧੀਨ ਕੰਮ ਕਰਦੇ ਵਰਕਰਾਂ ਵੱਲੋਂ ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮਾਧਿਅਮ ਰਾਹੀਂ ਜਥੇਬੰਦੀ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਹਲਕਾ ਵਿਧਾਇਕ ਡਾਕਟਰ ਨਛੱਤਰਪਾਲ ਨੂੰ ਮੰਗ ਪੱਤਰ ਦਿੱਤਾ ਗਿਆ। ਸਮੂਹ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਇਕ ਡਾਕਟਰ ਨਛੱਤਰਪਾਲ ਨੇ ਕਿਹਾ ਕਿ ਇਸ ਸਮੇਂ ਸਮੂਹ ਮੁਲਾਜ਼ਮਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਮੁਲਾਜ਼ਮ ਸੰਘਰਸ਼ ਦੇ ਰਾਹ ਪਏ ਨਜ਼ਰ ਆ ਰਹੇ ਨੇ। ਉਹਨਾਂ ਕਿਹਾ ਕਿ ਮਾਨ ਸਰਕਾਰ ਵੀ ਪੱਖਪਾਤੀ ਸਰਕਾਰ ਸਾਬਿਤ ਹੋਈ ਹੈ, ਕਿਉਂਕਿ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨੇ ਪ੍ਰਦਰਸ਼ਨ ਕਰਨ ਵਾਲੇ ਹੋਰ ਲੋਕਾਂ ਨੂੰ ਜੂਸ ਪਿਆ ਕੇ ਉਠਾਇਆ ਜਾਂਦਾ ਸੀ, ਪਰ ਪਿਛਲੇ ਦਿਨੀ ਮਜ਼ਦੂਰਾਂ ਤੇ ਲਾਠੀਆਂ ਵਰਾ ਕੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਤੇ ਉਹਨਾਂ ਤੇ ਤਸ਼ੱਦਦ ਢਾਇਆ ਗਿਆ। ਜ਼ਿਲ੍ਹਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ SBS ਨਗਰ, ਅੱਜ ਅਸੀਂ ਮਾਨਯੋਗ MLA ਸਾਹਿਬ ਕੋਲੇ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਮੰਗਾਂ ਦੇ ਸੰਬੰਧ ਵਿੱਚ ਆਏ ਹਾਂ ਮੰਗ ਪੱਤਰ ਦੇਣ। ਪਿਛਲੇ ਸਮੇਂ ਦੇ ਵਿੱਚ ਸਾਰੀਆਂ ਸਰਕਾਰਾਂ ਨੇ ਹੀ ਇਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿਰਫ 3000 ਤੇ ਇਹਨਾਂ ਕੋਲੋਂ ਕੰਮ ਲਿਆ ਜਾਂਦਾ, ਸਾਰੀ ਦਿਹਾੜੀ ਲਿਆ ਜਾਂਦਾ, ਔਰ ਉਸ ਤੋਂ ਇਲਾਵਾ ਇਹਨਾਂ ਨੂੰ ਕੋਈ ਵੀ ਮੁਲਾਜ਼ਮਾਂ ਵਾਲੀ ਸਹੂਲਤ ਨਹੀਂ ਹੈ, ਕੋਈ ਛੁੱਟੀ ਨਹੀਂ ਹੈ, ਕੋਈ ਮੈਡੀਕਲ ਛੁੱਟੀ ਨਹੀਂ ਹੈ, ਕੋਈ ਬੀਮਾ ਨਹੀਂ ਹੈ। ਇਹਨਾਂ ਦੇ ਤਹਿਤ ਇਹ ਜਿਹੜੀਆਂ ਮੈਂ ਗੱਲਾਂ ਗਿਣੀਆਂ, ਇਹਨਾਂ ਨੂੰ ਸਾਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ। ਘੱਟੋ ਘੱਟ DC ਰੇਟ ਦੇ ਤਹਿਤ ਮਿਲਣਾ ਚਾਹੀਦਾ। ਸਰਕਾਰ ਨੇ ਵਾਅਦਾ ਕੀਤਾ ਸੀ ਮੁਜ਼ਾਹਰੇ ਦੇ ਵਿੱਚ ਆ ਕੇ, ਜਿਹੜੀ ਹੁਣ ਦੀ ਸਰਕਾਰ ਹੈ, ਮੌਜੂਦਾ ਸਰਕਾਰ ਹੈ, ਬਈ ਪਹਿਲੇ ਬਜਟ ਵਿੱਚ ਹੀ ਤੁਹਾਡੀ ਤਨਖਾਹ ਜਿਹੜੀ ਹੈ 3000 ਤੋਂ 6000 ਕਰ ਦਿਆਂਗੇ। ਅਸੀਂ ਵੀ ਮੰਗ ਕਰਦੇ ਹਾਂ ਵੀ ਉਦੋਂ ਤੱਕ 6000 ਕਰਤੀ ਜਾਵੇ ਅਤੇ ਘੱਟੋ ਘੱਟ ਇਹਨਾਂ 'ਤੇ ਉਜਰਤ ਦਾ ਕਾਨੂੰਨ ਲਾਗੂ ਕਰਕੇ ਉਹ ਤਨਖਾਹ ਦਿੱਤੀ ਜਾਵੇ, ਤਾਂ ਕਿ ਇਹਨਾਂ ਦਾ ਪਾਲਣ ਪੋਸ਼ਣ ਹੋ ਸਕੇ। ਹੋਰ ਸਾਰੀਆਂ ਜਿਹੜੀਆਂ ਮੁਲਾਜ਼ਮਾਂ ਸਾਰਿਆਂ ਨੂੰ ਜੋ ਸਹੂਲਤਾਂ ਮਿਲਦੀਆਂ ਇਹਨਾਂ ਨੂੰ ਮੁਲਾਜ਼ਮ ਗਿਣਿਆ ਜਾਵੇ, ਪੱਕੇ ਕੀਤਾ ਜਾਵੇ ਅਤੇ ਸਾਰੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਜਾਣ ਜਿਹੜੀਆਂ ਸਾਰੀਆਂ ਬਾਕੀ ਮੁਲਾਜ਼ਮਾਂ ਨੂੰ ਮਿਲਦੀਆਂ, ਔਰ ਇਹਨਾਂ ਦਾ CPF ਕੱਟ ਕੇ ਇਹਨਾਂ ਨੂੰ ਪੱਕੇ ਕੀਤਾ ਜਾਵੇ। ਕਿਉਂਕਿ ਅਸੀਂ ਪਿਛਲੇ ਸਮਿਆਂ ਦੇ ਦੌਰਾਨ ਸੈਸ਼ਨ ਦੇ ਅੰਦਰ ਵੀ ਜਿਹੜੀਆਂ ਇਹ ਮੰਗਾਂ ਆ, ਚਾਹੇ ਉਹ ਹੋਰ ਸਾਡੇ ਮੁਲਾਜ਼ਮ ਸਾਥੀ ਆ, ਚਾਹੇ ਕੰਟਰੈਕਟ ਦੇ ਸਾਥੀ ਆ, ਚਾਹੇ ਠੇਕੇਦਾਰੀ ਸਿਸਟਮ ਸੀ, ਪਹਿਲਾਂ ਤਾਂ ਅਸੀਂ ਬੇਨਤੀ ਕੀਤੀ ਸੀ ਵੀ ਸਾਰੀ ਰੈਗੂਲਰ ਭਰਤੀ ਕੀਤੀ ਜਾਵੇ ਤਾਂ ਕਿ ਕਿਸੇ ਦਾ ਸ਼ੋਸ਼ਣ ਨਾ ਹੋ ਸਕੇ। ਇਸ ਕਰਕੇ ਜਿਹੜੀ ਇਹ ਤੋਂ ਪਹਿਲਾਂ ਵੀ ਅਸੀਂ ਆਪਣੀ ਗੱਲ ਵਿਧਾਨ ਸਭਾ ਦੇ ਅੰਦਰ ਵੀ ਉਠਾਉਂਦੇ ਰਹੇ। ਆਉਣ ਵਾਲੇ ਸਮੇਂ ਦੇ ਅੰਦਰ ਵੀ ਜਿਹੜੇ ਲੋਕ ਆ ਜਿਹੜੇ ਅੱਜ ਹੱਕ ਹਕੂਕਾਂ ਤੋਂ ਵਾਂਝੇ ਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਜੇ ਅਸੀਂ ਉਸ ਸਦਨ 'ਚ ਗਏ ਆ ਤਾਂ ਸਾਨੂੰ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਜਿਹੜੀਆਂ ਮਿਲਦੀਆਂ ਸਹੂਲਤਾਂ ਉਹ ਸਾਰੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਅਸੀਂ ਇਹਨਾਂ ਦੀ ਮੰਗ ਜਿਹੜੀ ਆ ਮੈਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਜਿਹੜੇ ਐਜੂਕੇਸ਼ਨ ਮਿਨਿਸਟਰ ਰਾਹੀਂ ਭੇਜੂਗਾ, ਔਰ ਜੇ ਉਹਨੇ ਨਾ ਕੋਈ ਮੰਨੀ ਤਾਂ ਆਪਾਂ ਆਉਣ ਵਾਲੇ ਸਦਨ ਜਦੋਂ ਵੀ ਸੈਸ਼ਨ ਚੱਲਿਆ ਇਹਨਾਂ ਦੀ ਮੰਗ ਜਿਹੜੀ ਆ ਪਹਿਲ ਦੇ ਆਧਾਰ 'ਤੇ ਅਸੀਂ ਉਠਾਵਾਂਗੇ। ਧੰਨਵਾਦ। ਤੁਸੀਂ ਜਿਹੜੇ ਸ਼ੁਰੂ ਤੋਂ ਹੀ ਗਰੀਬੀ ਤੇ ਭੁੱਖਮਰੀ ਨਾਲ ਜਿਹੜੇ ਲੋਕ ਲੜ ਰਹੇ ਆ, ਮਰ ਰਹੇ ਆ, ਉਹਨਾਂ ਦੇ ਨਾਲ ਸ਼ੁਰੂ ਤੋਂ ਤੁਸੀਂ ਜੁੜੇ ਹੋਏ ਆ,
ਇਹਨਾਂ ਦੀ ਜਿਹੜੀ ਪੰਜਾਬ ਦੇ ਵਿੱਚ ਸਵੈਮਾਨ ਹੈ ਉਹਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਸੂਬੇ ਦੇ ਵਿੱਚ ਕੀ ਮੁਹਿੰਮ ਸ਼ੁਰੂ ਕਰੋਗੇ ਤੁਸੀਂ? ਕਿਉਂਕਿ ਜਿਹੜੀ ਸੈਲਫ ਰਿਸਪੈਕਟ ਦੀ ਮੂਵਮੈਂਟ ਆ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਹਿਬ ਸ਼੍ਰੀ ਕਾਂਚੀ ਰਾਮ ਨੇ ਸ਼ੁਰੂ ਕੀਤੀ। ਸੈਲਫ ਰਿਸਪੈਕਟ ਦੀ ਮੂਵਮੈਂਟ ਕੀ ਹੈ? 3000 ਨਾਲ ਤਾਂ ਆਪਾਂ ਆਪਣਾ ਘਰ ਨਹੀਂ ਪਾਲ ਸਕਦੇ। ਇਹ ਤਾਂ ਜਿਹੜਾ ਪਹਿਲਾਂ ਤਾਂ ਜਿਹੜਾ ਗੈਰ ਸਰਕਾਰੀ ਤੱਤ ਜਿਹੜੇ ਉਹ ਸ਼ੋਸ਼ਣ ਕਰਦੇ ਸੀ, ਇਹ ਸਰਕਾਰ ਜਿਹੜਾ ਸਾਰੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਪਿਛਲੇ ਦਿਨੀ ਸੰਗਰੂਰ ਦੇ ਅੰਦਰ ਇੱਕ ਬਹੁਤ ਵੱਡਾ ਐਜੀਟੇਸ਼ਨ ਮਜ਼ਦੂਰਾਂ ਨੇ ਕੀਤਾ। ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਹਰੇਕ ਜਥੇਬੰਦੀਆਂ ਨੇ ਧਰਨੇ ਦਿੱਤੇ, ਲਗਾਤਾਰ 10-10 ਦਿਨ ਵੀ ਚੱਲੇ। ਕਿਸੇ ਤੇ ਲਾਠੀ ਚਾਰਜ ਨਹੀਂ ਹੋਇਆ, ਕਿਸੇ ਨੂੰ ਕੁੱਟਿਆ ਨਹੀਂ ਗਿਆ। ਜਦੋਂ ਮਜ਼ਦੂਰਾਂ ਨੇ ਪਹਿਲੀ ਵਾਰ ਧਰਨਾ ਦਿੱਤਾ ਉਹਨਾਂ ਤੇ ਬਹੁਤ ਵੱਡੇ ਪੱਧਰ ਤੇ ਤਸ਼ੱਦਦ ਹੋਇਆ, ਲਾਠੀ ਚਾਰਜ ਹੋਇਆ। ਮੈਂ SCBC ਵੈਲਫੇਅਰ ਕਮੇਟੀ ਦੇ ਅੰਦਰ ਜਿਹੜੀ 13 ਤਰੀਕ ਨੂੰ ਹੋਈ ਉਹਦੇ ਵਿੱਚ ਇਹ ਲਿਖ ਕੇ ਜਿਹੜਾ ਚੇਅਰਮੈਨ ਸੀ ਉਹਨੂੰ ਕਿਹਾ ਵੀ ਜਦ ਅਸੀਂ ਆਪਣੇ ਲੋਕਾਂ ਦੀ, ਮਜ਼ਦੂਰਾਂ ਦੀ, ਗਰੀਬਾਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਤੁਹਾਨੂੰ ਸਰਕਾਰ ਦੇ ਰਹਿਣ ਦੇ ਅੰਦਰ ਦਾ ਵੀ ਕੋਈ ਅਧਿਕਾਰ ਨਹੀਂ। ਉਹ ਕਿਰਪਾ ਕਰਕੇ DC ਔਰ SSP ਨੂੰ ਤਲਬ ਕਰੋ, ਉਹਨਾਂ ਨੂੰ ਪੁੱਛੋ ਵੀ ਜਿਸ ਤਰ੍ਹਾਂ ਤੁਸੀਂ ਪਹਿਲਿਆਂ ਨੂੰ ਜੂਸ ਪਿਲਾ ਕੇ ਠਾਲਿਆ, ਇਹਨਾਂ ਨੂੰ ਕਿਉਂ ਨਹੀਂ ਪਿਲਾਇਆ, ਇਹਨਾਂ ਦੀ ਗੱਲ ਕਿਉਂ ਨਹੀਂ ਸੁਣੀ। ਇਸ ਕਰਕੇ ਜਿੱਥੇ ਪੰਜਾਬ ਦੇ ਅੰਦਰ ਬਹੁਤ ਪਿਛਲੇ ਦਿਨਾਂ 'ਚ ਤਸ਼ੱਦਦ ਹੋਏ ਆ, ਵੱਖ-ਵੱਖ ਘਟਨਾਵਾਂ, ਸਾਨੂੰ ਸਾਰਿਆਂ ਨੂੰ ਲਾਮਬੰਦ ਹੋ ਕੇ ਅਗਲੇ ਸਾਲ ਤੋਂ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਬਹੁਜਨ ਸਮਾਜ ਪਾਰਟੀ ਸ਼ੁਰੂ ਕਰਨ ਜਾ ਰਹੀ ਆ ਔਰ ਕੋਸ਼ਿਸ਼ ਕਰਾਂਗੇ ਵੀ ਜਿਹੜੇ ਸਾਡੇ ਲੋਕਾਂ ਦੇ ਹੱਕ ਵਾ ਉਹ ਹੱਕੀ ਮੰਗਾਂ ਮੰਨੀਆਂ ਜਾਣ। MLA ਸਾਹਿਬ, ਪਿਛਲੀਆਂ ਸਰਕਾਰਾਂ ਤੇ ਇਹ ਸਰਕਾਰ ਦੇ ਵਿੱਚ ਤੁਸੀਂ ਕੀ ਅੰਤਰ ਸਮਝਦੇ ਹੋ? ਕਿਉਂਕਿ ਹਜੇ ਤੱਕ ਤਾਂ ਕੋਈ ਖਾਸ ਫਰਕ ਨਹੀਂ ਨਜ਼ਰ ਆਇਆ। ਹਜੇ ਤੱਕ ਜਿੱਦਾਂ ਪਿਛਲੀਆਂ ਸਰਕਾਰਾਂ ਲਾਰੇ ਲਾਉਂਦੀਆਂ ਰਹੀਆਂ, ਝੂਠੇ ਵਾਅਦੇ ਕਰਦੀਆਂ ਰਹੀਆਂ, ਉਸ ਤਰ੍ਹਾਂ ਇਹ ਵੀ ਚੱਲ ਰਹੀਆਂ ਔਰ ਪਾਲਿਸੀਆਂ ਬਣ ਜਾਂਦੀਆਂ। ਇੱਕ ਮੀਟਿੰਗ ਕਰਕੇ ਲੋਪਾ ਪੀਚਾ ਕਰਕੇ ਉਹਨੂੰ ਦੱਸਿਆ ਜਾਂਦਾ ਵੀ ਅਸੀਂ ਮੀਟਿੰਗ ਕਰ ਲਈ ਆ। ਪਿਛਲੇ ਦਿਨੀ ਇੰਡਸਟਰੀ ਦੀ ਮੀਟਿੰਗ ਜਿਹਦੇ ਵਿੱਚ ਮੈਂ ਵੀ ਸ਼ਾਮਲ ਹੋਇਆ, ਇੰਡਸਟਰੀ ਪਾਲਿਸੀ ਬਣ ਗਈ ਔਰ ਮਾਨਯੋਗ ਸਪੀਕਰ ਸਾਹਿਬ ਬਾਅਦ 'ਚ ਮੀਟਿੰਗ ਕਰ ਰਹੇ ਸਾਰਿਆਂ ਨਾਲ ਵੀ ਤੁਸੀਂ ਸੁਝਾਅ ਦਿਓ ਜੀ ਆਪਣੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਪਾਲਿਸੀ ਬਣ ਗਈ, ਮੇਕਿੰਗ 'ਚ ਆ ਗਈ, ਉਹਦਾ ਛਪ ਗਈ ਵੀ ਤੁਹਾਡਾ ਮੀਟਿੰਗ ਕਰਨ ਦਾ ਕਿਆ ਮਤਲਬ। ਇਸ ਕਰਕੇ ਇਹ ਵੀ ਪਿਛਲੀ ਸਰਕਾਰਾਂ ਦੀ ਤਰ੍ਹਾਂ ਲੋਕਾਂ ਦੇ ਅੱਖੀ ਘੱਟਾ ਪਾ ਰਹੇ ਆ। ਸਾਨੂੰ ਇਹਨਾਂ ਨੂੰ ਵੀ ਲੋਕਾਂ ਦੇ ਅੰਦਰ ਜਿਹੜੀਆਂ ਇਹਨਾਂ ਦੀਆਂ ਪਾਰਟੀ ਦੀਆਂ ਖਾਮੀਆਂ ਉਹਨਾਂ ਨੂੰ ਉਜਾਗਰ ਕਰਨਾ ਚਾਹੀਦਾ। ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਛਪਰਾ ਹੂਚ ਤਰਾਸਦੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣ ਤੱਕ 33 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਜੀਬ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਰਵਾਰ ਨੂੰ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ CM ਨਿਤਿਸ਼ ਕੁਮਾਰ ਨੇ ਕਿਹਾ ਕਿ ਸ਼ਰਾਬ ਪੀਣ ਵਾਲੇ ਦੀ ਮੌਤ ਜ਼ਰੂਰ ਹੋਵੇਗੀ। ਬਿਹਾਰ ਵਿੱਚ ਨਕਲੀ ਸ਼ਰਾਬ ਨਾਲ ਮੌਤਾਂ ਕੋਈ ਨਵੀਂ ਗੱਲ नहीं है। कुछ आदमी को क्या कीजिएगा, कुछ तो ऐसी गलती करता ही है। तब उसके बाद पिछली बार भी याद है ना, जहरीली शराब से मर गया तो कोई कहा कि इनको मिलना चाहिए कंपल्सन के बाद। जो शराब पिएगा वो तो मरेगा ही, ये तो उदाहरण ही सामने है कि पियोगे तो मरोगे। एक बात हम कह रहे हैं कि हम लोग तो प्रारंभ से कह रहे हैं कि देखिए शराबबंदी का कानून लागू किया गया, इसके लिए पूरा का पूरा प्रयास किया जा रहा है और हर बार हम लोगों ने सब लोगों को जानकारी दी। बापू ने क्या कहा है और उसके बाद आप जानते ही हैं जो रिसर्च आया था पूरे दुनिया का, तो उसको भी सबके घर पर हमने भेज दिया है कि शराब कितनी बुरी चीज़ है, कितने लोगों की मौत होती है और जहरीली शराब से तो शुरू से लोग मरते हैं और देश भर में मरते हैं। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।